ਮਾਜਰਾ ਸਾਹਿਬ ਕਿਸੇ ਟਾਈਮ ਅਕਾਲੀ ਦਲ ਨੇ ਪੰਜਾਬੀ ਬੋਲਦਿਆਂ ਦੀ ਗੱਲ ਕਰੀ, ਚੰਡੀਗੜ੍ਹ ਦੀ ਗੱਲ ਕਰੀ ਤੇ ਅੱਜ ਫੇਰ ਉਸੇ ਚੰਡੀਗੜ੍ਹ ਨੂੰ ਦੱਬਣ ਦੀਆਂ ਸਕੀਮਾਂ ਕਰੀਆਂ ਜਾ ਰਹੀਆਂ ਨੇ। ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਕੋਈ ਵੀ ਸਰਕਾਰ ਹੋਵੇ, ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੁੰਦੀ ਆ। ਸੋ ਮੈਂ ਸਮਝਦਾ ਵੀ ਪੰਜਾਬ ਦਾ ਜਿਹੜਾ ਹਿੱਸਾ, ਜਿਹੜਾ ਪੰਜਾਬ ਦਾ ਹੱਕ ਆ ਇਹਨਾਂ ਇੰਸਟੀਟਿਊਸ਼ਨਸ ਦੇ ਉੱਤੋਂ, ਉਹਨੂੰ ਘਟਾਉਣ ਵਾਸਤੇ ਇੱਕ ਤਰੀਕੇ ਦੇ ਨਾਲ ਇਹ ਸਾਰੀਆਂ ਚਾਲਾਂ ਜਿਹੜੀਆਂ ਹੁੰਦੀਆਂ ਜਾ ਰਹੀਆਂ। ਪੰਜਾਬ ਦੀ ਰਾਜਨੀਤੀ ਕਿਹਾ ਜਾਂਦਾ ਕਿ ਪਰਿਵਾਰਵਾਦ ਤੇ ਰਹਿ ਗਈ ਹੈਗੀ, ਪਰਿਵਾਰਵਾਦ ਤੱਕ ਸੀਮਤ ਰਹਿ ਗਈ ਆ, ਆਮ ਲੋਕਾਂ ਤੱਕ ਨਹੀਂ ਜਾ ਰਹੀ ਪੰਜਾਬ ਦੀ ਰਾਜਨੀਤੀ। ਇਸ ਨੂੰ ਕਿਵੇਂ ਦੇਖਦੇ ਹੋ? ਕਿਸੇ ਵਿਅਕਤੀ ਨੇ ਰਾਜਨੀਤੀ ਵਿੱਚ ਆਉਣਾ, ਨਾ ਤਾਂ ਉਹਦੀ ਇਹ ਮੈਰਿਟ ਹੋਣੀ ਚਾਹੀਦੀ ਆ ਵੀ ਉਹ ਕਿਸੇ ਪਰਿਵਾਰ ਦਾ ਜਾਂ ਕਿਹਦਾ ਮੁੰਡਾ, ਕਿਹਦੀ ਕੁੜੀ, ਕਿਹਦੇ ਪਰਿਵਾਰ ਵਿੱਚੋਂ। ਚਪੜਾਸੀ ਤੋਂ ਲੈ ਕੇ PN ਤੋਂ ਲੈ ਕੇ ਚੀਫ ਸੈਕਟਰੀ ਤੱਕ ਜਿਸ MLA ਨੇ ਜਾਂ ਜਿਸ MP ਨੇ ਕੰਮ ਲੈਣਾ, ਉਹਦੀ ਮਿਨੀਮਮ ਕੁਆਲੀਫਿਕੇਸ਼ਨ ਸਾਨੂੰ ਭਾਵੇਂ ਪੋਲੀਟੀਕਲ ਪਾਰਟੀਆਂ ਆਪਣੇ ਤੌਰ ਤੇ ਫਿਕਸ ਕਰਨ, ਉਹ ਕਰਨੀਆਂ ਚਾਹੀਦੀਆਂ। ਕਈ ਵਾਰੀ ਕੋਈ ਬੰਦਾ ਇਹ ਸੋਚਦਾ ਜਿਵੇਂ ਹੁਣ ਕੋਈ ਕਾਂਗਰਸ ਦੇ ਵਿਰੋਧੀ ਹਵਾ ਚੱਲ ਪਈ, ਕਾਂਗਰਸ ਦਾ ਕੋਈ ਚੰਗਾ ਲੀਡਰ ਆ, ਉਸ ਹਵਾ ਦਾ ਕਿਵੇਂ ਆਜਾ ਭੁਗਤਣਾ ਪੈ ਜਾਊਗਾ। ਇੱਕ ਚੰਗਾ ਲੀਡਰ ਕਾਉਂਸਲਰ ਦੀ ਚੋਣ ਦੇ ਵਿੱਚ ਉੱਠਦਾ ਰਹਿ ਜਾਂਦਾ। ਬੀਜੇਪੀ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਅਕਾਲੀ ਦਲ ਦਾ ਵੀ ਗੱਠ ਜੁੜ ਰਿਹਾ, ਹਾਲਾਂਕਿ ਹੁਣ ਟੁੱਟ ਗਿਆ, ਪਰ ਲੋਕ ਤਾਂ ਇਹ ਕਹਿੰਦੇ ਆ ਨਾ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਬਾੜਨ ਵਾਲੀ ਅਕਾਲੀ ਹੈ। ਬੀਜੇਪੀ ਨਾਲ ਗੱਠਜੋੜ ਸੀਗਾ, ਨਹੀਂ ਬੀਜੇਪੀ ਨੂੰ ਪਾੜਨ ਵਾਲਾ ਤਾਂ ਨਹੀਂ ਅਕਾਲੀ। ਬੀਜੇਪੀ ਤਾਂ ਖੈਰ ਕਾਫੀ ਲੰਬੇ ਸਮੇਂ ਤੋਂ ਜਿਹੜੀ ਹੈਗੀ ਆ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਰਹੀ ਆ, ਅਕਾਲੀਆਂ ਦੇ ਵਿਰੁੱਧ ਵੀ ਚੋਣਾਂ ਲੜਦੇ ਰਹੇ। ਅੱਜ ਤੁਸੀਂ ਇੱਕ ਮਿਸ਼ਨ ਲੈ ਕੇ ਚੱਲੇ ਹੋ ਗੱਲ ਪੰਜਾਬ ਦੀ ਨੂੰ, ਉਸ ਮਿਸ਼ਨ ਨੂੰ ਕਾਫੀ ਲੋਕ ਵਿਰੋਧਤਾ ਕਰ ਰਹੇ ਨੇ, ਕਹਿ ਰਹੇ ਨੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਗੱਲ ਪੰਜਾਬ ਦੀ ਜੇ ਕਰਨੀ ਸੀ ਤਾਂ 10 ਸਾਲ ਪਹਿਲਾਂ ਕਿਉਂ ਨਹੀਂ ਕਰੀ, 15 ਸਾਲ ਪਹਿਲਾਂ ਕਿਉਂ ਨਹੀਂ ਕਰੀ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5 ਵਾਰ ਰਹਿ ਚੁੱਕੇ ਨੇ, ਉਹਨਾਂ ਨੇ ਕਿਉਂ ਨਹੀਂ ਕਰੀ? ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਉਹ ਗੱਲ ਕਰਨਗੇ ਜੀ, ਹੋਰ ਪਾਕਿਸਤਾਨ ਦੀ ਗੱਲ ਤਾਂ ਕੀਤੀ ਨਹੀਂ ਹੈਗੀ। ਇੱਥੇ ਬੜੀਆਂ ਗੱਲਾਂ ਹੁੰਦੀਆਂ, ਦਿੱਲੀ ਮਾਡਲ ਅਡਾਪਟ ਕਰੋ ਜੀ, ਗੁਜਰਾਤ ਮਾਡਲ ਅਡਾਪਟ ਕਰੋ ਜੀ। ਸਾਡੇ ਕੋਲੇ ਆਪਣੇ ਸਾਰੇ ਮਾਡਲ ਨੇ ਜਿਹੜੇ ਪੰਜਾਬ ਨੂੰ ਆਪ ਵਿਕਸਿਤ ਕਰਨੇ ਪੈਣੇ। ਸਾਡਾ ਸਟਰਕਚਰ ਉਹਨਾਂ ਨਾਲੋਂ ਵੱਖਰਾ, ਪਰ ਜੇ ਕਿਸੇ ਸੂਬੇ ਦਾ ਮਾਡਲ ਪੰਜਾਬ ਨੇ ਕਾਪੀ ਕਰਨਾ ਹੈ ਜਾਂ ਜ਼ਰੂਰਤ ਆ ਸਾਨੂੰ, ਅਸੀਂ ਰਾਜਸਥਾਨ ਦਾ ਮਾਡਲ ਇੱਕ ਕਾਪੀ ਕਰ ਸਕਦੇ ਹਾਂ ਕਿ ਪਾਣੀ ਨੂੰ ਕਿਵੇਂ ਸੰਭਾਲਿਆ ਜਾਵੇ, ਕਿਉਂਕਿ ਉਹ ਸਟੇਟ 'ਚ ਸਭ ਤੋਂ ਵੱਡੀ ਪਾਣੀ ਦੀ ਕਿੱਲਤ ਆ। ਕਿਵੇਂ ਉਹ ਫਸਲਾਂ ਕਰਦੇ ਨੇ, ਕਿਵੇਂ ਉਹਨੂੰ ਸੰਭਾਲਦੇ ਨੇ, ਕਿਵੇਂ ਪਾਣੀ ਨੂੰ ਸੰਭਾਲਦੇ ਨੇ। ਅਕਾਲੀ ਇਸ ਮਿੱਟੀ 'ਚੋਂ ਜੰਮੇ ਨੇ, ਅਕਾਲੀ ਇਸ ਮਿੱਟੀ ਲਈ ਲੜੇ। ਅਕਾਲੀ ਪਹਿਲੇ ਉਹ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੀ ਪਹਿਲੀ ਉਹ ਪਾਰਟੀ ਸੀ ਜਿਸ ਪਾਰਟੀ ਨੇ ਅੱਜ ਜੋ ਹਿੰਦੁਸਤਾਨ ਬੋਲ ਰਿਹਾ, ਸਾਰਾ ਬੋਲ ਰਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਅਕਾਲੀ ਉਹ ਸੀ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਨਾਅਰਾ ਪਹਿਲੀ ਵਾਰੀ ਦਿੱਤਾ ਸੀ, ਅਨੰਦਪੁਰ ਦੇ ਮਤੇ ਰਾਹੀਂ। ਕਿਸੇ ਟਾਈਮ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕਰਦਾ ਅਕਾਲੀ ਦਲ ਤੇ ਚੰਡੀਗੜ੍ਹ ਦੀ ਗੱਲ ਕਰਦਾ ਅਕਾਲੀ ਦਲ, ਤੇ ਅੱਜ ਆਖਰ ਬਹੁਤ ਘੱਟ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਧਰਮ ਯੁੱਧ ਮੋਰਚਾ ਲੱਗਦਾ ਤਾਂ ਉਸ ਤੋਂ ਬਾਅਦ 1984 ਦਾ ਵਰਤਾਂਤ ਵਾਪਰਦਾ। ਸਾਡੇ ਨਾਲ ਇਸ ਵਕਤ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹਰਿੰਦਰਪਾਲ ਚੰਦੂ ਮਾਜਰਾ ਮੌਜੂਦ ਨੇ, ਗੱਲਬਾਤ ਕਰਦੇ ਆਂਗੇ। ਪਹਿਲਾਂ ਸਵਾਗਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੰਦੂ ਮਾਜਰਾ ਸਾਹਿਬ, ਕਿਸੇ ਟਾਈਮ ਅਕਾਲੀ ਦਲ ਨੇ ਪੰਜਾਬੀ ਬੋਲਦਿਆਂ ਦੀ ਗੱਲ ਕਰੀ, ਚੰਡੀਗੜ੍ਹ ਦੀ ਗੱਲ ਕਰੀ ਤੇ ਅੱਜ ਫੇਰ ਉਸੇ ਚੰਡੀਗੜ੍ਹ ਨੂੰ ਦੱਬਣ ਦੀਆਂ ਸਕੀਮਾਂ ਕਰੀਆਂ ਜਾ ਰਹੀਆਂ ਨੇ। ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਦੇਖੋ, ਕੁਦਰਤੀ ਰੂਪ 'ਚ ਜਿਹੜੀਆਂ ਸਰਕਾਰਾਂ, ਕੋਈ ਵੀ ਸਰਕਾਰ ਹੋਵੇ, ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੁੰਦੀ ਆ। ਸੋ ਮੈਂ ਸਮਝਦਾ ਜਦੋਂ ਵੀ ਇਹ ਮੰਗ ਕੋਈ ਚੰਡੀਗੜ੍ਹ ਦੇ ਸੰਦਰਭ ਵਿੱਚ ਆਈ ਤਾਂ ਲੋਕ ਸਭਾ ਦੀਆਂ ਪ੍ਰੋਸੀਡਿੰਗਸ, ਲੋਕ ਸਭਾ ਦਾ ਰਿਕਾਰਡ ਇਸ ਗੱਲ ਦਾ ਗਵਾਹ ਹੈ ਵੀ ਉਦੋਂ ਹੀ ਇਹ ਦਰਜ ਕਰਵਾਇਆ ਗਿਆ। ਅੱਜ ਮੈਂ ਸਮਝਦਾ ਚੰਡੀਗੜ੍ਹ ਦੇ ਉੱਤੇ ਜਿਹੜਾ ਪੰਜਾਬ ਦਾ ਰਾਈਟ ਸੀਗਾ, ਭਾਵੇਂ ਪੰਜਾਬੀ ਬੋਲੀ ਦੇ ਸੰਦਰਭ ਵਿੱਚ ਹੋਵੇ, ਭਾਵੇਂ ਜਿਹੜਾ ਇੱਥੋਂ ਦਾ ਐਡਮਿਨਿਸਟ੍ਰੇਟਿਵ ਸਟਰਕਚਰ ਆ ਜਿਹਦੇ ਵਿੱਚ ਪੰਜਾਬ ਦੀ ਇੱਕ ਬਹੁਤ ਵੱਡੀ ਭਾਗੀਦਾਰੀ ਹੁੰਦੀ ਸੀ, ਉਹਨੂੰ ਬਹੁਤ ਬੁਰੀ ਤਰ੍ਹਾਂ ਨਾਲ ਘਟਾਇਆ ਜਾ ਰਿਹਾ। ਅਤੇ ਫਿਰ ਜਿਹੜਾ ਇੱਥੋਂ, ਕਿਉਂਕਿ ਟੈਂਪਰੇਰੀ UT ਦਾ ਸਟੇਟਸ ਮਿਲਿਆ ਹੋਇਆ ਇਹਨੂੰ, ਪੰਜਾਬ ਨੂੰ ਸਰਕਾਰਾਂ, ਕੇਂਦਰ ਦੀ ਗੌਰਮੈਂਟ ਨੇ ਜਦੋਂ ਚੰਡੀਗੜ੍ਹ ਨੂੰ UT ਦਾ ਸਟੇਟਸ ਦਿੱਤਾ ਸੀ, ਉਸੇ ਸਮੇਂ ਪੰਜਾਬ ਨੂੰ ਦੇਣ ਦਾ ਵਾਅਦਾ ਕੀਤਾ ਸੀ। ਚਲੋ ਮੁੱਕਰਦੀਆਂ ਰਹੀਆਂ ਸਰਕਾਰਾਂ, ਪਰ ਬਿਜਲੀ ਬੋਰਡ ਆ ਜਿਹੜਾ, ਪੰਜਾਬ ਨੂੰ ਕੋਈ ਭਰੋਸੇ 'ਚ ਨਹੀਂ ਦਿੱਤਾ ਗਿਆ ਹੈਗਾ। ਮੈਂ ਪੰਜਾਬ ਵਿਧਾਨ ਸਭਾ ਵਿੱਚ ਇਹ ਗੱਲ ਰੱਖੀ ਵੀ ਪੰਜਾਬ ਇਸ ਮੁੱਦੇ ਤੇ ਪ੍ਰੋਟੈਸਟ ਕਰੇ, ਘੱਟੋ ਘੱਟ ਗੱਲ ਕਰੀਏ ਆਪਾਂ, ਪਰ ਅਣਗੌਲੀ ਕਰ ਦਿੱਤੀ ਗਈ ਗੱਲ ਪੰਜਾਬ ਦੀ ਅੱਜ ਦੀ ਮੌਜੂਦਾ ਸਰਕਾਰ ਵੱਲੋਂ। ਬੜਾ ਸੀਰੀਅਸ ਇਸ਼ੂ ਸੀ, ਉਸ ਸਮੇਂ ਨਜ਼ਰ ਆ ਰਿਹਾ ਸੀ ਵੀ ਉਹਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾ ਰਿਹਾ। ਆਪਾਂ ਕੋਈ ਗੱਲ ਨਹੀਂ ਕੀਤੀ, ਕਿਉਂਕਿ ਆਖਿਰਕਾਰ ਤਾਂ ਪੰਜਾਬ ਦਾ ਸਰਮਾਇਆ ਪੰਜਾਬ ਕੋਲ ਹੀ ਆਉਣੀ ਆ ਇਹ। ਅਤੇ ਦੂਜੀ ਚੀਜ਼, ਪੰਜਾਬ ਯੂਨੀਵਰਸਿਟੀ ਜਿਹਦਾ ਇੱਕ ਹੈਰੀਟੇਜ ਸਟਰਕਚਰ ਆ, ਪੰਜਾਬ ਦੀ ਧਰੋਹਰ ਆ ਇਹ, ਉਸ ਯੂਨੀਵਰਸਿਟੀ ਦੇ ਵਿੱਚੋਂ ਵੀ ਜਿਹੜਾ ਪੰਜਾਬ ਦਾ ਹਿੱਸਾ ਸੀਗਾ ਉਹਨੂੰ ਘਟਾਇਆ ਜਾ ਰਿਹਾ ਹਰ ਖੇਤਰ ਵਿੱਚੋਂ। ਭਾਵੇਂ ਉਹ ਫੈਕਲਟੀ ਆ, ਜਿੰਨੀਆਂ ਐਡਮਿਨਿਸਟ੍ਰੇਟਿਵ ਪੋਸਟਾਂ ਸੀ, ਕੋਈ ਪੰਜਾਬੀ ਨਹੀਂ ਰਿਹਾ ਅੱਜ ਤੱਕ, ਲਗਭਗ ਸਫਾਇਆ ਕਰਤੇ ਆ। 200 ਐਫੀਲੀਏਟਿਡ ਕਾਲਜਿਸ ਪੰਜਾਬ ਦੇ ਨੇ ਜਿਹੜੇ 100 ਕਰੋੜ ਰੁਪਏ ਇਸ ਯੂਨੀਵਰਸਿਟੀ ਦੀ ਇਨਕਮ ਵਿੱਚ ਹਿੱਸਾ ਪਾਉਂਦੇ ਨੇ। ਉਹ 200 ਦੇ ਵਿੱਚੋਂ ਜ਼ਿਆਦਾਤਰ ਕਾਲਜ ਮੁਕਤਸਰ ਦੇ, ਫਾਜ਼ਿਲਕਾ ਦੇ, ਉਹਨਾਂ ਨੂੰ ਡੀ-ਐਫੀਲੀਏਟ ਕਰਨ ਦੀ ਪ੍ਰਪੋਜ਼ਲ ਆ ਜਿਹੜੀ ਇਸ ਯੂਨੀਵਰਸਿਟੀ ਦੀ ਇੱਕ ਹਾਈ ਪਾਵਰ ਕਮੇਟੀ ਬਣੀ ਸੀ। ਤਿਵਾੜੀ ਨੇ ਬਠਿੰਡਾ ਸੈਂਟਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਗਵਰਨਮੈਂਟ ਆਫ ਇੰਡੀਆ ਨੇ ਅਪੁਆਇੰਟ ਕੀਤੇ ਆ, ਉਹਨਾਂ ਦੀ ਅਗਵਾਈ ਵਿੱਚ ਉਸ ਕਮੇਟੀ ਦੇ ਵਿੱਚ 2 ਪੰਜਾਬ ਦੇ ਐਜੂਕੇਸ਼ਨ ਸੈਕਟਰੀ ਤੇ 2 ਪੰਜਾਬ ਦੇ ਨੁਮਾਇੰਦੇ ਸੀ। ਉਹਨਾਂ ਨੇ ਕੀ ਉਹਦੇ 'ਚ ਆਪਣੇ ਪੁਆਇੰਟ ਰੇਜ਼ ਕੀਤੇ, ਉਹ ਬਾਹਰ ਆਉਣੇ ਚਾਹੀਦੇ ਨੇ, ਪਰ ਇਹ ਪ੍ਰਪੋਜ਼ਲ ਉੱਥੇ ਜਾ ਚੁੱਕੀ ਆ। ਸੋ ਮੈਂ ਸਮਝਦਾ ਵੀ ਪੰਜਾਬ ਦਾ ਜਿਹੜਾ ਹਿੱਸਾ, ਜਿਹੜਾ ਪੰਜਾਬ ਦਾ ਹੱਕ ਆ ਇਹਨਾਂ ਇੰਸਟੀਟਿਊਸ਼ਨਸ ਦੇ ਉੱਤੋਂ, ਉਹਨੂੰ ਘਟਾਉਣ ਵਾਸਤੇ ਇੱਕ ਤਰੀਕੇ ਦੇ ਨਾਲ ਇਹ ਸਾਰੀਆਂ ਚਾਲਾਂ ਜਿਹੜੀਆਂ ਹੁੰਦੀਆਂ ਜਾ ਰਹੀਆਂ।
ਚੰਦੂਮਾਜਰਾ ਸਾਹਿਬ ਜੇ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਕਿਹਾ ਜਾਂਦਾ ਕਿ ਪਰਿਵਾਰਵਾਦ ਤੇ ਰਹਿ ਗਈ ਹੈਗੀ, ਪਰਿਵਾਰਵਾਦ ਤੱਕ ਸੀਮਿਤ ਰਹਿ ਗਈ ਆ, ਆਮ ਲੋਕਾਂ ਤੱਕ ਨਹੀਂ ਜਾ ਰਹੀ ਪੰਜਾਬ ਦੀ ਰਾਜਨੀਤੀ। ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ ਇੱਕ ਵੱਡਾ ਰੀਜ਼ਨ ਮੈਂ ਸਮਝਦਾ, ਚਲੋ ਇਹ ਡੈਮੋਕ੍ਰੈਟਿਕ ਸੈਟਅਪ ਆ। ਕਿਸੇ ਵਿਅਕਤੀ ਨੇ ਰਾਜਨੀਤੀ ਵਿੱਚ ਆਉਣਾ ਹੈ, ਨਾ ਤਾਂ ਉਹਦੀ ਇਹ ਮੈਰਿਟ ਹੋਣੀ ਚਾਹੀਦੀ ਆ ਵੀ ਉਹ ਕਿਸੇ ਪਰਿਵਾਰ ਦਾ ਜਾਂ ਕਿਹਦਾ ਮੁੰਡਾ ਕਿਹਦੀ ਕੁੜੀ ਕਿਹਦੇ ਪਰਿਵਾਰ ਵਿੱਚੋਂ ਆ, ਪਰ ਨਾ ਹੀ ਉਹਦੀ ਇਹ ਡੀਮੈਰਿਟ ਹੋਣੀ ਚਾਹੀਦੀ ਆ। ਕੁਛ ਨਾ ਕੁਛ ਸਾਨੂੰ ਮਿਨੀਮਮ ਨਰਸਰੀਜ਼ ਨੇ ਜਿਹੜੀਆਂ ਸੱਤਾ ਵਾਸਤੇ, ਕੁਛ ਨਾ ਕੁਛ ਬੇਸਿਕ ਕੁਆਲੀਫਿਕੇਸ਼ਨ ਜਿਹੜੀਆਂ ਹੈਗੀਆਂ, ਜੇ ਚਪੜਾਸੀ ਤੋਂ ਲੈ ਕੇ ਪੀਐਨ ਤੋਂ ਲੈ ਕੇ ਚੀਫ ਸੈਕਟਰੀ ਤੱਕ ਜਿਸ ਐਮਐਲਏ ਨੇ ਜਾਂ ਜਿਸ ਐਮਪੀ ਨੇ ਕੰਮ ਲੈਣਾ, ਉਹਦੀ ਮਿਨੀਮਮ ਕੁਆਲੀਫਿਕੇਸ਼ਨ ਸਾਨੂੰ ਭਾਵੇਂ ਪੋਲੀਟੀਕਲ ਪਾਰਟੀਆਂ ਆਪਣੇ ਤੌਰ ਤੇ ਫਿਕਸ ਕਰਨ, ਉਹ ਕਰਨੀਆਂ ਚਾਹੀਦੀਆਂ। ਨਰਸਰੀਜ਼ ਕਿਹੜੀਆਂ ਸੀਗੀਆਂ, ਇੱਕ ਨਰਸਰੀ ਤਾਂ ਅਸੀਂ ਬੰਦ ਹੀ ਕਰਤੀ ਪੰਜਾਬ ਦੇ ਵਿੱਚੋਂ, ਜਿਸ ਨਰਸਰੀ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪੰਜਾਬ ਦੀ ਰਾਜਨੀਤੀ ਨੂੰ ਦਿੱਤੇ, ਜਿਸ ਨਰਸਰੀ ਨੇ ਜਗਮੀਤ ਸਿੰਘ ਬਰਾੜ ਪੰਜਾਬ ਦੀ ਰਾਜਨੀਤੀ ਨੂੰ ਦਿੱਤੇ, ਜਿਸ ਨਰਸਰੀ ਨੇ ਅਨੇਕਾਂ ਲੀਡਰ ਪੰਜਾਬ ਦੀ ਰਾਜਨੀਤੀ ਨੂੰ ਦਿੱਤੇ। ਉਹ ਯੂਨੀਵਰਸਿਟੀ ਕਾਲਜਿਸ ਦੀ ਇਲੈਕਸ਼ਨ ਜਿਹੜੀਆਂ ਬੰਦ ਹੋ ਚੁੱਕੀਆਂ, ਬਾਅਦ 'ਚ ਚੱਲੀ ਨਹੀਂ ਹੈਗੀਆਂ। ਦੂਸਰੀ ਗੱਲ, ਦੂਸਰੀ ਨਰਸਰੀ ਹੁੰਦੀ ਆ ਕੋਆਪਰੇਟਿਵ ਸਟਰਕਚਰ, ਜਿਹਦੇ ਵਿੱਚੋਂ ਮੈਂ ਵੀ ਇੱਕ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਬਣ ਕੇ, ਫਿਰ ਉਹਦਾ ਪ੍ਰਧਾਨ ਬਣ ਕੇ, ਫਿਰ ਉਸ ਕੋਆਪਰੇਟਿਵ ਬੈਂਕ ਦਾ ਡਾਇਰੈਕਟਰ ਬਣ ਕੇ, ਫਿਰ ਉਸੇ ਕੋਆਪਰੇਟਿਵ ਬੈਂਕ ਦਾ ਐਮਡੀ ਬਣ ਕੇ, ਇਹ ਵੀ ਤਕਰੀਬਨ ਲਗਭਗ ਸਿਆਸੀ ਗਲਬੇ ਥੱਲੇ ਆ ਚੁੱਕੀ ਆ। ਮੈਂ ਸਮਝਦਾ ਇੱਕ ਇਹ ਬਹੁਤ ਵੱਡੀ ਨਰਸਰੀ ਆ, ਪਰ ਇਹਦੇ ਤੇ ਵੀ ਹੁਣ ਇੱਕ ਬਿੱਲ ਬਣ ਜਾ ਰਿਹਾ ਵੀ ਸਿੱਧਾ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ ਥੱਲੇ ਕੋਆਪਰੇਟਿਵ ਸਟਰਕਚਰ ਨੂੰ ਲਿਜਾਣਾ ਚਾਹੁੰਦੀ ਆ। ਮੈਂ ਸਮਝਦਾ ਵੀ ਇਹਦੇ ਉੱਤੇ ਇੱਕ ਵੱਡਾ ਜਿਹੜਾ ਸਾਰੇ ਮਤਲਬ ਜਿਹੜੀਆਂ ਇੱਕ ਤਰ੍ਹਾਂ ਦੀਆਂ ਨੋਮੀਨੇਸ਼ਨ ਜਿਹਨੂੰ ਤੁਸੀਂ ਕਹਿ ਸਕਦੇ ਆ ਵੀ ਕਿਸੇ ਪਰਿਵਾਰ ਵਿੱਚੋਂ ਜਾਂ ਕਿਸੇ ਸਪੈਸੀਫਿਕ ਚਹੇਤਿਆਂ ਦੇ ਰੂਪ ਵਿੱਚ, ਉਹਨਾਂ ਨੂੰ ਇਹ ਨਰਸਰੀਜ਼ ਨੂੰ ਜੇ ਆਪਾਂ ਸਟਰੋਂਗ ਕਰ ਦਾਂਗੇ, ਇਹ ਆਪਣੇ ਆਪ ਚੀਜ਼ਾਂ ਖਤਮ ਹੋ ਜਾਣਗੀਆਂ। ਇੱਕ ਬੇਸਿਕ ਕੁਆਲੀਫਿਕੇਸ਼ਨ ਰੱਖੀ ਆ ਆਪਾਂ, ਦੂਜਾ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਚੋਣਾਂ ਹੋਣ, ਕੋਆਪਰੇਟਿਵ ਸਟਰਕਚਰ ਮਜ਼ਬੂਤ ਹੋਵੇ, ਲੋਕਲ ਬਾਡੀਜ਼ ਦਾ ਸਟਰਕਚਰ ਉਹ ਇਦਾਂ ਦਾ ਹੋਵੇ ਵੀ ਉਹਦੇ ਵਿੱਚੋਂ ਜਿਹੜੀ ਪੋਲੀਟੀਕਲ ਸਿੰਬਲ, ਤੇ ਮੇਰੀ ਨਿੱਜੀ ਰਾਏ ਆ ਇਹ ਦੇਖੋ ਵੀ ਐਮਸੀ ਦੀਆਂ ਇਲੈਕਸ਼ਨਾਂ ਹੁੰਦੀਆਂ, ਮੇਰੀ ਨਿੱਜੀ ਰਾਏ ਆ, ਮੇਰਾ ਇੱਕ ਨਿੱਜੀ ਆਈਡੀਆ ਹੈ, ਮੇਰੀ ਇੱਕ ਨਿੱਜੀ ਸੋਚ ਆ ਵੀ ਉਹ ਸਿੰਬਲਸ ਤੇ ਨਾ ਕੋਈ ਲੜੇ, ਉਹ ਤੁਸੀਂ ਇੰਡੀਪੈਂਡੈਂਟਲੀ ਲੜਨ ਦਿਓ ਸਾਰਿਆਂ ਨੂੰ। ਉਹਦੇ ਵਿੱਚੋਂ ਫਿਰ ਜਿਹੜੇ ਐਮਸੀ ਬਣਦੇ ਨੇ ਉਹਨਾਂ ਨੂੰ ਉਹ ਤੁਸੀਂ ਲੀਡਰਸ਼ਿਪ ਇੱਕ ਸਾਹਮਣੇ ਆ ਗਈ, ਨਿਰਪੱਖ ਹੋ ਕੇ ਆ ਗਈ, ਉਹ ਕੋਈ ਕਿਸੇ ਐਮਐਲਏ ਦੇ ਥਾਪੜੇ ਨਾਲ ਨਹੀਂ ਆਊਗੀ ਉਹ ਲੀਡਰਸ਼ਿਪ, ਕਿਸੇ ਵਜ਼ੀਰ ਦੇ ਥਾਪੜੇ ਨਾਲ ਨਹੀਂ ਆਊਗੀ ਲੀਡਰਸ਼ਿਪ, ਉਹ ਲੀਡਰਸ਼ਿਪ ਲੋਕਾਂ 'ਚੋਂ ਨਿਕਲੂਗੀ, ਫੇਅਰਲੀ ਨਿਕਲੂਗੀ। ਕਈ ਵਾਰੀ ਕੋਈ ਬੰਦਾ ਇਹ ਸੋਚਦਾ ਜਿਵੇਂ ਹੁਣ ਕੋਈ ਕਾਂਗਰਸ ਦੇ ਵਿਰੋਧੀ ਹਵਾ ਚੱਲ ਪਈ, ਕਾਂਗਰਸ ਦਾ ਕੋਈ ਚੰਗਾ ਲੀਡਰ ਆ, ਉਸ ਹਵਾ ਦਾ ਖਿਮਿਆਜਾ ਭੁਗਤਣਾ ਪੈ ਜਾਊਗਾ। ਇੱਕ ਚੰਗਾ ਲੀਡਰ ਕਾਉਂਸਲਰ ਦੀ ਚੋਣ ਦੇ ਵਿੱਚ ਉੱਠਦਾ ਰਹਿ ਜਾਂਦਾ। ਸੋ ਉੱਥੇ ਮੈਂ ਸਮਝਦਾ ਵੀ ਪੋਲੀਟੀਕਲ ਦਾਇਰੇ 'ਚੋਂ ਬਾਹਰ ਨਿਕਲ ਕੇ ਤੁਸੀਂ ਉਹਨਾਂ ਨੂੰ ਆਉਣ ਦਿਓ, ਜਦੋਂ ਉਹ ਅੱਗੇ ਆਉਂਦੇ ਨੇ ਫਿਰ ਉਹਨਾਂ ਨੂੰ ਆਪਣੀ ਸਟਰੀਮ ਚੁਣ ਲੈਣ ਦਿਓ ਵੀ ਉਹ ਕਿਹੜੀ ਪਾਰਟੀ, ਕਿਹੜੀ ਵਿਚਾਰਧਾਰਾ, ਕਿਹੜੀ ਪਾਲਿਸੀ, ਕਿਹੜੀ ਸੋਚ ਨਾਲ ਉਹ ਜੁੜਨਾ ਚਾਹੁੰਦੇ ਆ। ਸੋ ਇਹ ਤੇ ਵਰਕਆਊਟ ਇਸ ਚੀਜ਼ ਨੂੰ ਸਿਰਫ ਇੱਕ ਚੀਜ਼ ਪਰਿਵਾਰਵਾਦ ਦੇ ਦਾਇਰੇ 'ਚ ਲਿਆ ਕੇ ਨਹੀਂ, ਇਹਦੇ ਤੇ ਬਹੁਤ ਮੈਰਿਟ ਡੀਮੈਰਿਟ ਸਾਨੂੰ ਫਿਕਸ ਕਰਨੀਆਂ ਪੈਣੀਆਂ ਤੇ ਅਧਿਐਨ ਕਰਨਾ ਪੈਣਾ, ਹੋਣਾ ਚਾਹੀਦਾ ਚੰਗੀ ਕੁਆਲਿਟੀ ਲੀਡਰਸ਼ਿਪ ਅੱਗੇ ਲਿਆਉਣ ਲਈ। ਚੰਦੂਮਾਜਰਾ ਸਾਹਿਬ ਜੀ, ਅੱਜ ਆਪਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀ ਤਾਂ ਪੰਜਾਬ ਯੂਨੀਵਰਸਿਟੀ ਨੂੰ ਵੀ ਦੱਬਣ ਦੀਆਂ ਸਕੀਮਾਂ ਕਰੀਆਂ ਜਾ ਰਹੀਆਂ ਨੇ, ਪਰ ਉਹਨਾਂ ਨੂੰ ਲਿਆਉਣ ਵਾਲਾ ਕੌਣ ਆ ਇੱਥੇ? ਬੀਜੇਪੀ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਅਕਾਲੀ ਦਲ ਦਾ ਵੀ ਗੱਠ ਜੁੜ ਰਿਹਾ, ਹਾਲਾਂਕਿ ਹੁਣ ਟੁੱਟ ਗਿਆ, ਪਰ ਲੋਕ ਤਾਂ ਇਹ ਕਹਿੰਦੇ ਆ ਨਾ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਬਾੜਨ ਵਾਲੀ ਅਕਾਲੀ ਹੈ। ਦੇਖੋ ਬੀਜੇਪੀ ਨਾਲ ਗੱਠਜੋੜ ਸੀਗਾ, ਨਹੀਂ ਬੀਜੇਪੀ ਨੂੰ ਬਾੜਨ ਵਾਲਾ ਤਾਂ ਨਹੀਂ ਅਕਾਲੀ। ਬੀਜੇਪੀ ਤਾਂ ਖੈਰ ਕਾਫੀ ਲੰਬੇ ਸਮੇਂ ਤੋਂ ਜਿਹੜੀ ਹੈਗੀ ਆ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਰਹੀ ਆ, ਅਕਾਲੀਆਂ ਦੇ ਵਿਰੁੱਧ ਵੀ ਚੋਣਾਂ ਲੜਦੇ ਰਹੇ, ਹੱਕ 'ਚ ਵੀ ਕਈ ਵਾਰੀ ਇੱਕ ਦੂਜੇ ਨਾਲ ਜਨਸੰਘ ਦੇ ਸਮੇਂ ਲੜੀਆਂ ਗਈਆਂ, ਐਮਰਜੈਂਸੀ ਦੇ ਦਿਨਾਂ ਦੇ ਦੌਰਾਨ। ਇਹ ਬੇਸਿਕਲੀ ਤਾਂ ਐਮਰਜੈਂਸੀ ਤੋਂ ਬਾਅਦ ਹੀ ਇਹ ਕਿਤੇ ਨਾ ਕਿਤੇ ਰੀਜਨਲ ਪਾਰਟੀਆਂ ਦੀ ਗੱਠਜੋੜ ਸੀ ਜਿਹੜਾ, ਜਾਂ ਇਹ ਐਂਟੀ ਕਾਂਗਰਸ ਪਾਰਟੀ ਸੀ ਜਿਹੜੀਆਂ ਇਕੱਠੀਆਂ ਹੋਈਆਂ ਸੀ ਇੱਕ ਮੰਚ ਤੋਂ, ਉਦੋਂ ਬਾਅਦ ਚੱਲਦਾ ਇਹ ਗੱਠਜੋੜ ਆ ਜਿਹੜਾ 1998 97 ਦੇ ਵਿੱਚ ਹੋਂਦ ਵਿੱਚ ਆਇਆ। ਪਰ ਬੀਜੇਪੀ ਨਾਲ ਗੱਲ ਕਿਸੇ ਪਾਰਟੀ ਦੀ ਵਿਰੋਧਤਾ ਜਾਂ ਨੇੜਤਾ ਦੀ ਨਹੀਂ ਹੈਗੀ, ਗੱਲ ਤਾਂ ਮੁੱਦਿਆਂ ਦੀ ਆ। ਜਦੋਂ ਮੁੱਦਾ ਪੰਜਾਬ ਵਿਰੋਧੀ ਸੀ, ਜਦੋਂ ਮੁੱਦਾ ਉਸ ਗੱਠਜੋੜ ਸਰਕਾਰ ਤੋਂ ਜੋ ਪੰਜਾਬ ਵਾਸਤੇ ਕੀਤਾ ਜਾ ਸਕਦਾ ਸੀ ਅਸੀਂ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਸ ਗੱਠਜੋੜ ਸਰਕਾਰ 'ਚੋਂ ਕਾਲੀ ਸੂਚੀ ਖਤਮ ਹੋਈ, ਉਸ ਗੱਠਜੋੜ ਸਰਕਾਰ 'ਚੋਂ ਅਕਾਲੀ ਦਲ ਨੇ ਮੁੱਦਾ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਾਫੀ ਵੱਡੇ ਪੱਧਰ ਤੇ ਹੋਈ। ਉਸ ਗੱਠਜੋੜ ਸਰਕਾਰ ਦੇ ਵਿੱਚੋਂ ਕਈ ਤਰ੍ਹਾਂ ਦੇ ਐਸੇ ਪ੍ਰੋਜੈਕਟ ਸੀਗੇ ਜਿਹੜੇ ਭਾਵੇਂ ਏਮਸ ਦਾ ਹਸਪੀਟਲ ਦਾ ਸੀ, ਭਾਵੇਂ ਨੰਦੇੜ ਸਾਹਿਬ ਦਾ 에ਅਰਪੋਰਟ ਸੀ, ਕਿੰਨੀਆਂ ਗੱਲਾਂ ਜਿਹੜੀਆਂ ਆਪਾਂ ਕਰਵਾਉਣ ਵਿੱਚ ਕਾਮਯਾਬ ਹੋਏ, ਪਰ ਇੱਕ ਐਸਾ ਮੁੱਦਾ ਜਿਹਦੇ ਤੇ ਸਮੁੱਚਾ ਪੰਜਾਬ ਇੱਕ ਮੁਰਤਾ ਦੇ ਨਾਲ ਲੜਾਈ ਲੜ ਰਿਹਾ ਸੀ ਤੇ ਚਾਹੁੰਦਾ ਸੀ ਵੀ ਹੁਣ ਇਹਨਾਂ ਨਾਲ ਅੱਗੇ ਹੋ ਕੇ ਨਾ ਤੁਰਿਆ ਜਾਵੇ, ਤਾਂ ਅਕਾਲੀ ਦਲ ਨੇ ਉਸ ਭਾਵਨਾ ਦੀ ਕਦਰ ਕੀਤੀ ਤੇ ਉਸ ਲੜਾਈ ਦੇ ਵਿੱਚ ਸ਼ਾਮਲ ਹੋ ਕੇ ਅੱਗੇ ਹੋ ਕੇ ਤੁਰਿਆ। ਚੰਦੂਮਾਜਰਾ ਸਾਹਿਬ ਜੇ ਗੱਲ ਕਰੀਏ ਤਾਂ ਅੱਜ ਤੁਸੀਂ ਇੱਕ ਮਿਸ਼ਨ ਲੈ ਕੇ ਚੱਲੇ ਹੋ ਗੱਲ ਪੰਜਾਬ ਦੀ ਨੂੰ, ਉਸ ਮਿਸ਼ਨ ਨੂੰ ਕਾਫੀ ਲੋਕ ਵਿਰੋਧਤਾ ਕਰ ਰਹੇ ਨੇ, ਕਹਿ ਰਹੇ ਨੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਗੱਲ ਪੰਜਾਬ ਦੀ ਜੇ ਕਰਨੀ ਸੀ ਤਾਂ 10 ਸਾਲ ਪਹਿਲਾਂ ਕਿਉਂ ਨਹੀਂ ਕਰੀ, 15 ਸਾਲ ਪਹਿਲਾਂ ਕਿਉਂ ਨਹੀਂ ਕਰੀ? ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 5 ਵਾਰ ਰਹਿ ਚੁੱਕੇ ਨੇ, ਉਹਨਾਂ ਨੇ ਕਿਉਂ ਨਹੀਂ ਕਰੀ? ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਉਹ ਗੱਲ ਕਰਨਗੇ ਜੀ, ਹੋਰ ਪਾਕਿਸਤਾਨ ਦੀ ਗੱਲ ਤਾਂ ਕੀਤੀ ਨਹੀਂ ਹੈਗੀ। ਪੰਜਾਬ ਦੇ ਵਿੱਚ ਦੇਖੋ ਇੱਕੋ ਇੱਕ ਪਹਿਲੀ ਗੱਲ ਆ, ਮੁੱਖ ਮੰਤਰੀ 10 ਸਾਲ ਨਹੀਂ ਰਹੇ, ਪ੍ਰਕਾਸ਼ ਸਿੰਘ ਬਾਦਲ ਉਦੋਂ ਪਹਿਲਾਂ ਵੀ ਰਹੇ ਆ। ਗੱਲ ਪੰਜਾਬ ਦੀ ਕੀ ਹੋਈ ਮੈਂ ਤੁਹਾਨੂੰ ਹੁਣ ਧਿਆਨ ਨਾਲ ਸੁਣਿਓ ਜਰਾ।
ਕਿ ਪੰਜਾਬ ਉਹ ਧਰਤੀ ਆ ਜਿਸ ਧਰਤੀ ਤੇ ਹਿੰਦੁਸਤਾਨ ਦੇ ਵਿੱਚੋਂ ਸਭ ਤੋਂ ਪਹਿਲਾਂ MSP ਮਿਲਣ ਲੱਗੀ ਅਕਾਲੀਆਂ ਦੇ ਰਾਜ ਸਮੇਂ। ਪੰਜਾਬ ਉਹ ਧਰਤੀ ਆ ਜਿਸ ਧਰਤੀ ਤੇ ਸਭ ਤੋਂ ਮੈਂ ਸਮਝਦਾ ਵੱਡਾ ਵਿਸ਼ਾਲ ਦੁਨੀਆ ਦਾ ਸਭ ਤੋਂ ਬੈਸਟ ਮੰਡੀਕਰਨ ਢਾਂਚਾ ਸਥਾਪਿਤ ਕੀਤਾ ਗਿਆ ਅਕਾਲੀਆਂ ਵੱਲੋਂ। ਪੰਜਾਬ ਉਹ ਧਰਤੀ ਆ ਜਿਸ ਧਰਤੀ ਤੇ ਮੈਂ ਸਮਝਦਾ ਵੀ ਸਭ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਸਟੇਟ ਪੇ ਕਮਿਸ਼ਨ, ਅੱਜ ਨੈਸ਼ਨਲ ਪੇ ਕਮਿਸ਼ਨ ਦੇ ਵਿਰੁੱਧ ਮੁਲਾਜ਼ਮ ਲੜਾਈ ਲੜ ਰਹੇ ਆ। ਸਟੇਟ ਪੇ ਕਮਿਸ਼ਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਵੀ ਹਿੰਦੁਸਤਾਨ ਭਰ ਦੇ ਵਿੱਚੋਂ ਪੰਜਾਬ ਉਹ ਸੂਬਾ ਜਿੱਥੇ ਸਭ ਤੋਂ ਪਹਿਲਾਂ ਸਟੇਟ ਪੇ ਕਮਿਸ਼ਨ ਬਣੇ ਅਕਾਲੀਆਂ ਦੇ ਰਾਜ 'ਚ। ਪੰਜਾਬ ਹਿੰਦੁਸਤਾਨ ਦੇ ਵਿੱਚੋਂ ਪਹਿਲਾ ਉਹ ਸੂਬਾ ਹੈ ਜਿਸ ਸੂਬੇ ਦੇ ਵਿੱਚ DA ਦਾ ਕਨਸੈਪਟ ਅੱਜ ਮੁਲਾਜ਼ਮਾਂ ਨੂੰ DA ਮਿਲਦਾ ਨਾ ਜਿਹੜਾ, ਉਹ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ। ਅਕਾਲੀਆਂ ਨੇ ਕੀਤਾ। ਇਹ ਗੱਲ ਪੰਜਾਬ ਦੀ ਸੀ ਤੇ ਪੰਜਾਬ ਦਾ ਗੌਰਵ ਆ ਜਿਹਨੂੰ ਅੱਗੇ ਲੋਕਾਂ ਨੇ ਅਪਣਾਇਆ। ਪੰਜਾਬ ਉਹ ਧਰਤੀ ਆ ਜਿਸ ਧਰਤੀ ਤੇ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਇਨਸੈਂਟਿਵ ਜਿਹੜਾ MSP ਤੋਂ ਬਾਅਦ ਜੇ ਕਿਸਾਨਾਂ ਨੂੰ ਮਿਲਿਆ ਉਹ ਮੁਫਤ ਬਿਜਲੀ ਦਾ ਟਿਊਬਲਾਂ ਵਾਸਤੇ, ਉਹ ਪੰਜਾਬ ਦੀ ਧਰਤੀ ਤੋਂ ਮਿਲਿਆ। ਪੰਜਾਬ ਉਹ ਧਰਤੀ ਆ ਜਿਸ ਧਰਤੀ ਦੀ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨੂੰ ਆਪਣੇ ਕੋਲੋਂ ਆਪਣੇ ਖਜ਼ਾਨੇ 'ਚੋਂ ਜਦੋਂ ਸਰਕਾਰ ਪ੍ਰਾਈਵੇਟ ਸ਼ੂਗਰ ਮਿੱਲਾਂ ਜਾਂ ਹੋਰ ਨਹੀਂ ਆਪਣੇ ਦੇ ਪਾ ਰਹੀਆਂ ਸੀ ਤਾਂ ਸਰਕਾਰ ਨੇ ਆਪਣੇ ਖਜ਼ਾਨੇ 'ਚੋਂ ਕੱਢ ਕੇ 50 ਰੁਪਏ ਉਹਨਾਂ ਸ਼ੂਗਰ ਮਿੱਲਾਂ ਵਾਸਤੇ ਦਿੱਤੇ। ਪੰਜਾਬ ਅਕਾਲੀਆਂ ਦੇ ਰਾਜ ਸਮੇਂ। ਪੰਜਾਬ ਉਹ ਧਰਤੀ ਆ ਜਿਸ ਧਰਤੀ ਤੇ ਅੱਜ ਤੱਕ ਆਜ਼ਾਦੀ ਤੋਂ ਬਾਅਦ ਇੱਕ ਵਾਰੀ ਕੇਵਲ ਮੇਰੇ ਪਿਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਕੈਬਨਿਟ ਕੋਆਪਰੇਟਿਵ ਦੇ ਵਜ਼ੀਰ ਸੀ ਕੇਵਲ 1 ਸਾਲ, ਜਿਸ ਧਰਤੀ ਤੇ ਕੇਵਲ ਇੱਕ ਵਾਰੀ ਆਜ਼ਾਦ ਹਿੰਦੁਸਤਾਨ ਦੇ ਵਿੱਚੋਂ ਕੇਵਲ ਇੱਕ ਧਰਤੀ ਆ ਪੰਜਾਬ ਦੀ ਜਿੱਥੇ ਇੱਕ ਵਾਰੀ ਕੋਆਪਰੇਟਿਵ ਸ਼ੂਗਰ ਮਿੱਲਾਂ ਦੇ ਵਿੱਚ ਮੁਨਾਫਾ ਵੀ ਕਿਸਾਨਾਂ ਨੂੰ ਵੰਡਿਆ ਗਿਆ ਅੱਜ ਜਿਹਨਾਂ ਦੀਆਂ ਪੇਮੈਂਟਾਂ ਨਹੀਂ ਪੂਰੀਆਂ ਹੋ ਰਹੀਆਂ ਹੈਗੀਆਂ। ਸੋ ਬਹੁਤ ਸਾਰੀਆਂ ਟਿਊਬਲ ਕਨੈਕਸ਼ਨ ਲਾ ਲਓ ਜਾਂ ਮੈਂ ਸਮਝਦਾ ਵੀ ਟਰਾਂਸਪੇਰੈਂਟ ਇੰਪਲੋਇਮੈਂਟ ਪਾਲਿਸੀ ਜਿਹੜੀ ਹੈਗੀ ਆ। ਤੁਸੀਂ ਮੈਨੂੰ ਦੱਸੋ ਵੀ ਤੁਸੀਂ ਸਾਰੇ ਹਿੰਦੁਸਤਾਨ ਘੁੰਮੋ, ਸਭ ਤੋਂ ਵੱਡਾ ਮੁੱਦਾ ਇੱਕ ਵੱਡਾ ਮੁੱਦਾ ਕਰਪਸ਼ਨ ਦਾ। ਕਰਪਸ਼ਨ ਗੱਲਾਂ ਨਾਲ ਨਹੀਂ ਰੁਕਣੀ, ਜਿੰਨਾ ਮਰਜ਼ੀ ਚੈੱਕ ਕਰ ਲਓ ਕਰਪਸ਼ਨ ਇੱਦਾਂ ਕਾਬੂ ਨਹੀਂ ਆ ਰਹੀ ਸੀ। ਕਰਪਸ਼ਨ ਨੂੰ ਕਾਬੂ ਕੋਈ ਸਿਸਟਮ ਬਣਾ ਕੇ ਕੀਤਾ ਜਾ ਸਕਦਾ ਸੀ। ਜਦੋਂ ਕੰਪਿਊਟਰ ਦੀ ਬਟਨ ਦੱਬ ਕੇ ਫਰਦ ਨਿਕਲਣ ਲੱਗ ਗਈ ਤਾਂ ਫਿਰ ਕਰਪਸ਼ਨ ਕਿੱਥੇ ਹੋਊਗੀ। ਸੋ ਮੈਂ ਸਮਝਦਾ ਸੇਵਾ ਕੇਂਦਰ ਆਧੁਨਿਕ ਪੰਜਾਬ ਦੀ ਨਹੀਂ, ਆਧੁਨਿਕ ਹਿੰਦੁਸਤਾਨ ਦਾ ਇੱਕ ਐਸਾ ਸੂਬਾ ਬਣਿਆ ਮੋਹਰੀ ਪੰਜਾਬ ਜਿਹਨੇ ਇੱਕ ਟ੍ਰੈਂਡ ਸੈੱਟ ਕੀਤਾ ਵੀ ਸਰਕਾਰ ਲੋਕਾਂ ਦੇ ਪਿੰਡਾਂ ਦੇ ਵਿੱਚ ਲਿਆ ਕੇ ਖੜੀ ਕੀਤੀ ਸੇਵਾ ਕੇਂਦਰਾਂ ਦੇ ਰਾਹੀਂ। ਉਹ ਅਕਾਲੀਆਂ ਦੇ ਰਾਜ ਵਿੱਚ ਸੀ। ਬਹੁਤ ਕੁਝ ਹੋਇਆ, ਬਹੁਤ ਕੁਝ ਕਰਨ ਵਾਲਾ। ਸੋ ਜਿਹੜਾ ਰਹਿ ਗਿਆ ਉਹ ਵੀ ਕਰਾਂਗੇ। ਪੰਜਾਬ ਉਹ ਸੂਬਾ ਸੀ ਸਭ ਤੋਂ ਪਹਿਲਾਂ ਹਿੰਦੁਸਤਾਨ ਦਾ ਜਿਹਨੇ ਆਪਣੇ ਪਾਵਰ ਜਨਰੇਸ਼ਨ ਪਲਾਂਟ ਲਾਏ, ਆਪਣੇ 24 ਘੰਟੇ ਬਿਜਲੀ। ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਸੀ ਨਾ, ਲੋਕ ਕਹਿੰਦੇ ਸੀ 24 ਘੰਟੇ ਬਿਜਲੀ ਯਾਰ ਕੌਣ ਦੇ ਦੂਗਾ, ਕਿੱਡੀ ਵੱਡੀ ਗੱਪ ਆ ਯਾਰ। 24 ਘੰਟੇ ਆਪਣੀ ਬਿਜਲੀ ਆਪ ਪੈਦਾ ਕਰਨ ਵਾਲਾ ਸੂਬਾ ਪੰਜਾਬ ਬਣਿਆ ਤੇ ਸਭ ਤੋਂ ਸਸਤੀ ਆਪਣੀ ਬਿਜਲੀ ਆਪ ਪੈਦਾ ਕੀਤੀ ਤੇ ਸਭ ਤੋਂ ਸਸਤੀ ਬਿਜਲੀ ਪੰਜਾਬ ਨੇ ਪੈਦਾ ਕੀਤੀ। ਉਹ ਸੂਬਾ ਸੀ ਪੰਜਾਬ ਕਿਸੇ ਸਮੇਂ ਅਕਾਲੀਆਂ ਦੇ ਰਾਜ 'ਚ। ਗ੍ਰੀਨ ਰੈਵੋਲੂਸ਼ਨ ਅਕਾਲੀਆਂ ਦੇ ਰਾਜ 'ਚ ਆਇਆ ਤੇ ਪਾਵਰ ਰੈਵੋਲੂਸ਼ਨ ਅਕਾਲੀਆਂ ਦੇ ਰਾਜ 'ਚ ਆਇਆ। ਮੈਂ ਸਮਝਦਾ ਬਹੁਤ ਸਾਰੀਆਂ ਕਮੀਆਂ ਵੀ ਹੋਣਗੀਆਂ, ਪਰ ਜਿਨ੍ਹਾਂ ਗੱਲਾਂ ਦੀ ਤੁਸੀਂ ਗੱਲ ਕਰੋ ਹਿੰਦੁਸਤਾਨ ਦੇ ਕਿਸੇ ਸੂਬੇ 'ਚ, ਮੈਂ ਅੱਜ ਵੀ ਦੇਖੋ ਗੱਲ ਕਰਦਾ ਵੀ ਕੁਛ ਚੀਜ਼ਾਂ ਸਾਨੂੰ ਦੂਸਰੀ ਸਟੇਟਸ ਤੋਂ ਵੀ ਕਾਪੀ ਕਰਨੀਆਂ ਚਾਹੀਦੀਆਂ। ਇੱਥੇ ਬੜੀਆਂ ਗੱਲਾਂ ਹੁੰਦੀਆਂ ਦਿੱਲੀ ਮਾਡਲ ਅਡਾਪਟ ਕਰੋ ਜੀ, ਗੁਜਰਾਤ ਮਾਡਲ ਅਡਾਪਟ ਕਰੋ ਜੀ। ਸਾਡੇ ਕੋਲੇ ਆਪਣੇ ਸਾਰੇ ਮਾਡਲ ਨੇ ਜਿਹੜੇ ਪੰਜਾਬ ਨੂੰ ਆਪ ਵਿਕਸਿਤ ਕਰਨੇ ਪੈਣੇ। ਸਾਡਾ ਸਟਰਕਚਰ ਉਹਨਾਂ ਨਾਲੋਂ ਵੱਖਰਾ। ਪਰ ਜੇ ਕਿਸੇ ਸੂਬੇ ਦਾ ਮਾਡਲ ਪੰਜਾਬ ਨੇ ਕਾਪੀ ਕਰਨਾ ਹੈ ਜਾਂ ਜ਼ਰੂਰਤ ਆ ਸਾਨੂੰ, ਅਸੀਂ ਰਾਜਸਥਾਨ ਦਾ ਮਾਡਲ ਇੱਕ ਕਾਪੀ ਕਰ ਸਕਦੇ ਹਾਂ ਕਿ ਪਾਣੀ ਨੂੰ ਕਿਵੇਂ ਸੰਭਾਲਿਆ ਜਾਵੇ, ਕਿਉਂਕਿ ਉਹ ਸਟੇਟ 'ਚ ਸਭ ਤੋਂ ਵੱਡੀ ਪਾਣੀ ਦੀ ਕਿੱਲਤ ਆ। ਕਿਵੇਂ ਉਹ ਫਸਲਾਂ ਕਰਦੇ ਨੇ, ਕਿਵੇਂ ਉਹਨੂੰ ਸੰਭਾਲਦੇ ਨੇ, ਕਿਵੇਂ ਪਾਣੀ ਨੂੰ ਸੰਭਾਲਦੇ ਨੇ। ਇਹੋ ਜਿਹੇ ਮਾਡਲ ਮੈਂ ਸਮਝਦਾ ਜ਼ਰੂਰ ਅੱਗੇ ਸਮੇਂ ਦੇ ਹਿਸਾਬ ਨਾਲ ਸਾਨੂੰ ਦਾਇਰੇ, ਸਾਨੂੰ ਸੋਚ, ਨਵੀਆਂ ਚੀਜ਼ਾਂ ਆਉਣੀਆਂ, ਨਵੀਆਂ ਪਰੇਸ਼ਾਨੀਆਂ, ਨਵੀਆਂ ਸਮੱਸਿਆਵਾਂ, ਨਵੀਆਂ ਚੁਣੌਤੀਆਂ, ਨਵੇਂ ਹੱਲ ਉਹ ਨਿਕਲਦੇ ਨੇ। ਸੋ ਅਕਾਲੀ ਇਸ ਮਿੱਟੀ 'ਚੋਂ ਜੰਮੇ ਨੇ, ਅਕਾਲੀ ਇਸ ਮਿੱਟੀ ਲਈ ਲੜੇ। ਅਕਾਲੀ ਪਹਿਲੇ ਉਹ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਦੀ ਪਹਿਲੀ ਉਹ ਪਾਰਟੀ ਸੀ ਜਿਸ ਪਾਰਟੀ ਨੇ ਅੱਜ ਜੋ ਹਿੰਦੁਸਤਾਨ ਬੋਲ ਰਿਹਾ, ਸਾਰਾ ਬੋਲ ਰਿਹਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਅਕਾਲੀ ਉਹ ਸੀ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਨਾਅਰਾ ਪਹਿਲੀ ਵਾਰੀ ਦਿੱਤਾ ਸੀ ਅਨੰਦਪੁਰ ਦੇ ਮਤੇ ਰਾਹੀਂ। ਅਨੰਦਪੁਰ ਦੇ ਮਤੇ ਦੀ ਗੱਲ ਕਰੀ ਆ ਤਾਂ ਅਨੰਦਪੁਰ ਦੇ ਮਤੇ ਦੀ ਗੱਲ ਕਰਦੇ ਹਾਂ ਥੋੜ੍ਹੀ ਜੀ। ਕਿਵੇਂ ਦੇਖਦੇ ਹੋ ਅੱਜ ਵਾਲੇ ਅਕਾਲੀ ਦਲ ਨੂੰ ਤੇ ਉਸ ਵਕਤ ਜਿਹੜਾ ਨਾਅਰਾ ਦਿੱਤਾ ਗਿਆ ਸੀ? ਅੱਜ ਵੀ ਅਕਾਲੀ ਦਲ ਦਾ ਉਹ ਬੇਸਿਕ ਸਿਧਾਂਤ ਆ ਜਿਹਦੇ ਤੋਂ ਚੱਲਦਾ ਸਾਡਾ ਪ੍ਰੋਗਰਾਮ ਆ ਉਹ। ਅੱਜ ਤਾਂ ਮੈਂ ਸਮਝਦਾ ਅਕਾਲੀ ਦਲ ਤਾਂ ਕੀ, ਅੱਜ ਤਾਂ ਹਿੰਦੁਸਤਾਨ ਦੀਆਂ ਸਾਰੀਆਂ ਖੇਤਰੀ ਪਾਰਟੀਆਂ, ਹਿੰਦੁਸਤਾਨ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਉਸ ਨਾਅਰੇ ਤੇ ਬੋਲਣ ਲੱਗ ਪਈਆਂ, ਸੂਬਿਆਂ ਨੂੰ ਵੱਧ ਅਧਿਕਾਰ ਦਿਓ, ਸੂਬਿਆਂ ਨੂੰ ਵੱਧ ਅਧਿਕਾਰ ਦਿਓ। ਜਦੋਂ ਅਕਾਲੀ ਦਲ ਨੇ ਪਹਿਲੀ ਵਾਰੀ ਇਹ ਗੱਲ ਕੀਤੀ ਸੀ ਨਾ, ਉਦੋਂ ਕਹਿੰਦੇ ਸੀ ਅਕਾਲੀ ਤਾਂ ਵੱਖਵਾਦੀ ਨੇ, ਅਕਾਲੀ ਇਸ ਦੇਸ਼ ਨੂੰ ਤੋੜਨਾ ਚਾਹੁੰਦੇ ਆ। ਤੇ ਅੱਜ ਸਾਰਾ ਹਿੰਦੁਸਤਾਨ ਬੋਲ ਰਿਹਾ। ਲਾਸਟ ਦੇ ਵਿੱਚ ਜਾਂਦੇ ਜਾਂਦੇ ਸਿੱਧੂ ਦੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ? ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਜਿਹੜੀ ਕਿ ਤਾਜਪੋਸ਼ੀ ਹੁੰਦੀ ਆ ਪਿਛਲੇ ਦਿਨੀ, ਕਾਫੀ ਵੱਡੇ ਇਲਜ਼ਾਮ ਲੱਗ ਜਾਂਦੇ ਨੇ ਕਿ ਪੰਜਾਬ ਦੇ ਮਸਲੇ ਬਹੁਤ ਨੇ, ਸਾਡੀ ਸਰਕਾਰ ਆਊਗੀ ਅਸੀਂ 3 ਰੁਪਏ ਬਿਜਲੀ ਦੇਵਾਂਗੇ। ਜਿਸ ਵਿਅਕਤੀ ਨੂੰ ਇਹ ਨਹੀਂ ਪਤਾ ਵੀ ਸਾਡੀ ਹਜੇ ਵੀ ਉਹਦੀ ਸਰਕਾਰ ਆ, ਭੁੱਲ ਗਿਆ ਉਹ, ਤੇ ਫਿਰ ਮੈਂ ਉਹਦੇ ਤੇ ਕੀ ਕਮੈਂਟ ਕਰਾਂ। ਦੂਸਰੀ ਗੱਲ, ਜਿਸ ਦਿਨ ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਕ੍ਰਿਕਟਰ ਰਹੇ ਨੇ, ਕ੍ਰਿਕਟ ਫੀਲਡ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ,
ਪਰ ਪੋਲੀਟੀਕਲ ਫੀਲਡ ਦੇ ਵਿੱਚ ਜਿਹੋ ਜਿਹੀ ਸੰਜੀਦਗੀ ਉਹਨਾਂ ਨੂੰ ਦਿਖਾਣੀ ਚਾਹੀਦੀ ਸੀ, ਠੀਕ ਆ, ਉਹ ਇੱਕ MP ਦੇ ਰੂਪ ਵਿੱਚ ਵੀ ਦਿਖਾਣੀ ਚਾਹੀਦੀ ਸੀ, ਵਜ਼ੀਰ ਦੇ ਰੂਪ ਵਿੱਚ ਵੀ ਦਿਖਾਣੀ ਚਾਹੀਦੀ ਸੀ, MLA ਦੇ ਰੂਪ ਵਿੱਚ ਵੀ ਦਿਖਾਣੀ ਚਾਹੀਦੀ ਸੀ, ਪਰ ਅੱਜ ਰੂਲਿੰਗ ਪਾਰਟੀ ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਘੱਟੋ ਘੱਟ ਜੇ ਪਹਿਲਾਂ ਨਹੀਂ ਦਿਖਾ ਸਕੇ, ਉਹਨਾਂ ਨੂੰ ਦਿਖਾਣੀ ਚਾਹੀਦੀ ਸੀ। ਜਿਸ ਦਿਨ ਉਹਨਾਂ ਦਾ ਤਾਜਪੋਸ਼ੀ ਸਮਾਗਮ ਸੀ, ਜੋ ਬਾਡੀ ਲੈਂਗੁਏਜ, ਜੋ ਉਹਨਾਂ ਦਾ ਲਹਿਜਾ ਉਸ ਦਿਨ ਸੀਗਾ, ਮੈਂ ਸਮਝਦਾ ਵੀ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਉਹ ਸ਼ਰਮਸਾਰ ਹੀ ਕਰ ਰਿਹਾ ਸੀਗਾ ਵੀ ਇਹ ਰਾਜਨੀਤੀ ਸਾਡੀ ਕਿੱਧਰ ਨੂੰ ਜਾ ਰਹੀ ਆ। ਉਹ ਮਤਲਬ ਬੋਲਦੇ ਘੱਟ ਸੀ, ਟੱਪਦੇ ਜ਼ਿਆਦਾ ਸੀਗੇ। ਸੋ ਕੀ ਆਸ ਕਰਾਂਗੇ ਅਸੀਂ, ਗੱਲਾਂ ਵੱਡੀਆਂ ਵੱਡੀਆਂ। ਆਪਾਂ ਮਾਈਨਿੰਗ ਦੀ ਗੱਲ ਕਰਦੇ ਹਾਂ ਤੇ ਸਲਾਹ ਲੈਣ ਸਭ ਤੋਂ ਪਹਿਲਾਂ ਚਾਹ ਪੀਣ ਕਿਹਦੇ ਘਰੇ ਜਾਂਦੇ ਆ? ਪਕੌੜੇ ਖਾਦੇ ਉੱਥੇ ਮਦਨ ਲਾਲ ਜਲਾਲਪੁਰ ਦੀ ਕੋਠੀ ਜਾ ਕੇ, ਜਿਹੜਾ ਮਾਈਨਿੰਗ ਦਾ ਮਾਫੀਆ। ਕਹਿੰਦੇ ਆ ਜੀ ਅਸੀਂ ਨਸ਼ਿਆਂ ਦੇ ਵਿਰੁੱਧ ਇਹ ਕਰਾਂਗੇ, ਅਸੀਂ ਨਸ਼ਿਆਂ ਦੇ ਵਿਰੁੱਧ ਉਹ ਕਰਾਂਗੇ। ਗੱਡੀ 'ਚ ਮਦਨ ਲਾਲ ਜਲਾਲਪੁਰ ਨੂੰ ਬਿਠਾ ਕੇ ਲੈ ਕੇ ਜਾਂਦੇ ਆ ਸਭ ਤੋਂ ਪਹਿਲੇ ਦਿਨ। ਸੋ ਜਿਹੜੇ ਮੈਂ ਸਮਝਦਾ ਵੀ ਜਿਨ੍ਹਾਂ ਵਿਧਾਇਕਾਂ ਦੇ ਸਿਰ ਦੇ ਉੱਤੇ ਸਿੱਧੂ ਸਾਹਿਬ ਜਿਨ੍ਹਾਂ ਨੇ ਪ੍ਰਧਾਨ ਬਣਾਇਆ, ਪਹਿਲਾਂ ਉਹ ਬੰਦੇ ਕਿਹੋ ਜਿਹੇ ਸੀਗੇ, ਜਿੰਨੀ ਦੇਰ ਤੱਕ ਉਹਨਾਂ ਦੇ ਕਿਰਦਾਰ ਨਹੀਂ ਸਾਫ਼ ਹੁੰਦੇ, ਪਿਲਰਸ ਜਦੋਂ ਇਦਾਂ ਦੇ ਹੋਣਗੇ ਤਾਂ ਅੱਗੇ ਬਿਲਡਿੰਗ ਕਿਹੋ ਜਿਹੀ ਹੋਊਗੀ, ਤੁਸੀਂ ਆਪ। ਸੋ ਸਮਾਂ ਸੀ ਜਿਹੜਾ ਉਹ ਇਜਾਜ਼ਤ ਨਹੀਂ ਦਿੰਦਾ, ਪਰ ਗੱਲਾਂ ਹੋਰ ਵੀ ਬਹੁਤ ਸੀ ਜਿਹੜੀਆਂ ਕਰਨ ਵਾਲੀਆਂ ਸੀ। ਅਨੰਦਪੁਰ ਸਾਹਿਬ ਦੇ ਮਤਿਆਂ ਦੀਆਂ ਗੱਲਾਂ ਰਹਿ ਗਈਆਂ ਤੇ ਕਦੇ ਫੇਰ ਮਿਲਾਂਗੇ, ਕਦੇ ਫੇਰ ਰੂਬਰੂ ਕਰਾਂਗੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ। ਤੁਹਾਡੇ ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।